रब जी दी अनेकां ढंग तरीकिਆਂ ਦੇ ਨਾਲ हर एक जीव उस्तत करके ਉਹਦੀ ਹੋਂਦ ਦਾ ਅਹਿਸਾਸ ਕਰਨ ਦਾ ਯਤਨ ਕਰਦਾ ਹੈ। ਭਾਵੇਂ ਕੋਈ ਮੁਸਲਮਾਨ ਵੀਰ ਹੈ ਜਾਂ ਹਿੰਦੂ ਹੈ, ਇੱਥੇ ਤੱਕ ਸਾਂਝ ਪਾਈ ਸੀ ਜੋਗੀ ਸੁਨ ਧਿਆਵਨ ਜੇਤੇ ਅਲਖ ਨਾਮ ਕਰਤਾਰ। ਜਿਹੜੇ ਜੋਗੀ ਮਤ ਦੇ ਜੀ ਨੇ ਉਹ ਅਕਾਲ ਪੁਰਖ ਪਰਮਾਤਮਾ ਨੂੰ ਆਪਣੇ ਢੰਗ ਦੇ ਨਾਲ ਗਾ ਕੇ ਉਹਦੀ ਹੋਂਦ ਨੂੰ ਸਮਝਣ ਦਾ ਯਤਨ ਕਰਦੇ ਨੇ ਤੇ ਉਹ ਅਲਖ ਕਹਿ ਕੇ ਪਰਮਾਤਮਾ ਦੇ ਨਾਮ ਦੀ ਸਿਮਰਨਾ ਕਰਦੇ ਨੇ। ਸੂਖਮ ਮੂਰਤ ਨਾਮ ਨਿਰੰਜਨ ਅਤੇ ਉਹ ਅਕਾਲ ਪੁਰਖ ਪਰਮਾਤਮਾ ਨੂੰ ਸੂਖਮ ਰੂਪ ਦੇ ਵਿੱਚ ਵਰਤਦਿਆਂ ਜਾਣਦੇ ਨੇ। ਕਾਇਆ ਕਾ ਆਕਾਰ ਨਾਲ ਨਾਲ ਇਹ ਵਿਚਾਰ ਕਰਦੇ ਨੇ ਕਿ ਉਹ ਅਕਾਲ ਪੁਰਖ ਪਰਮਾਤਮਾ ਕਿਸੇ ਆਕਾਰ ਦੀ ਕਾਇਆ ਦੇ ਵਿੱਚ ਵਿਸ਼ੇਸ਼ ਰੂਪ ਦੇ ਵਿੱਚ ਨਹੀਂ ਟਿਕਦੇ, ਉਹ ਸਰਬ ਵਿਆਪਕ ਹੈ। ਅੱਜ ਗੁਰੂ ਸਾਹਿਬ ਜੀ ਬਖਸ਼ਿਸ਼ ਕਰ ਰਹੇ ਨੇ, ਸਤਿਆ ਮਨ ਸੰਤੋਖ ਉਪਜੈ ਦੇਣਾ ਕੈ ਵਿਚਾਰ ਦੇ ਦੇ ਮੰਗੈ ਸਹਸਾ ਗੁਣਾ ਸੋਭ ਕਰੇ ਸੰਸਾਰ। ਇਹ ਸ਼ਲੋਕ ਛੰਦ ਤੇ ਪੌੜੀ ਆਪ ਜੀ ਰੋਜ਼ ਕੀਰਤਨ ਦਾ ਹੀ ਸਰਵਣ ਕਰਦੇ ਹੋ। ਕੀਰਤਨ ਰੂਪ ਦੇ ਵਿੱਚ ਜਦੋਂ ਕਈ ਵਾਰੀ ਅਸੀਂ ਜਾਂ ਰਾਗਾਂ ਦੇ ਜਿਹੜੇ ਸਵਰ ਨੇ ਉਹਨਾਂ ਤੇ ਜਦੋਂ ਸ਼ਬਦਾਂ ਨੂੰ ਪੰਗਤਾਂ ਨੂੰ ਸੁਣਦੇ ਹਾਂ ਤੇ ਉਦੋਂ ਕਈ ਵਾਰੀ ਪੰਕਤੀਆਂ ਸਮਝ ਨਹੀਂ ਆਉਂਦੀ। ਇਸੇ ਕਰਕੇ ਗੁਰੂ ਸਾਹਿਬ ਜੀ ਨੇ ਇਹ ਕਿਹਾ ਕਿ ਜਿਹੜੀ ਬਾਣੀ ਸਮਝਣੀ ਹੋਵੇ ਤਾਂ ਉਹਦਾ ਪਾਠ ਕੀਤਾ ਜਾਏ। ਪਾਠ ਕਰਕੇ ਕੱਲੇ ਕੱਲੇ ਅੱਖਰ ਸਮਝ ਆ ਜਾਂਦੇ ਨੇ। ਹੁਣ ਇੱਥੇ ਜਿਵੇਂ ਜ਼ਿਕਰ ਕੀਤਾ ਕਿ ਜੋਗੀ ਮਤ ਦੇ ਵਿੱਚ ਆਪਣੇ ਢੰਗ ਦੇ ਨਾਲ ਪ੍ਰਮਾਤਮਾ ਨੂੰ ਗਾ ਕੇ ਸਮਝਣ ਦਾ ਯਤਨ ਕੀਤਾ ਜਾਂਦਾ ਹੈ। ਉਸ ਤੋਂ ਬਾਅਦ ਜ਼ਿਕਰ ਕੀਤਾ ਕਿ ਉਹ ਇਹ ਵਿਚਾਰਧਾਰਾ ਦੇ ਨਾਲ ਜੁੜਦੇ ਨੇ ਕਿ ਪ੍ਰਮਾਤਮਾ ਕਿਸੇ ਇੱਕ ਕਾਇਆ ਸਰੀਰ ਦੇ ਆਕਾਰ ਦੇ ਵਿੱਚ ਨਹੀਂ ਟਿਕਦਾ, ਉਹ ਸਰਬ ਵਿਆਪਕ ਹੈ, ਨਿਰੰਜਨ ਰੂਪ ਦੇ ਵਿੱਚ ਵਰਤ ਰਿਹਾ ਹੈ। ਤੇ ਉਸ ਅਕਾਲ ਪੁਰਖ ਪਰਮਾਤਮਾ ਰੱਬ ਜੀ ਦੀ ਹੋਂਦ ਦਾ ਜਿਨ੍ਹਾਂ ਨੂੰ ਅਹਿਸਾਸ ਹੋ ਜਾਂਦਾ ਹੈ, ਸਤਿਆ, ਉਹ ਰੱਬ ਨੂੰ ਸੱਚ ਮੰਨਦੇ ਨੇ, ਸਤਿਆ ਮੰਨਦੇ ਨੇ। ਮਨ ਸੰਤੋਖ, ਉਹਨਾਂ ਦੇ ਮਨ ਦੇ ਅੰਦਰ ਸੰਤੋਖ ਧੀਰਜਤਾ ਪੈਦਾ ਹੋ ਜਾਂਦੀ ਹੈ। ਉਪਜੈ, ਇਹਦੀ ਉਪਜ ਹੁੰਦੀ ਹੈ ਦੇਣਾ ਕੈ ਵਿਚਾਰ, ਤੇ ਉਹ ਹਮੇਸ਼ਾ ਹੀ ਅਕਾਲ ਪੁਰਖ ਪਰਮਾਤਮਾ ਸਾਰਿਆਂ ਨੂੰ ਦੇਣ ਵਾਲਾ ਹੈ। ਇਸ ਵਿਚਾਰ ਦੇ ਨਾਲ ਪਰਮਾਤਮਾ ਜੀ ਦੀ ਭਗਤੀ ਕਰਦੇ ਨੇ। ਹੁਣ ਜੇ ਅਸੀਂ ਇਹਨੂੰ ਗਾ ਕੇ ਪੜ੍ਹ ਲਈਏ ਤੇ ਇਹ ਕੱਲੇ ਕੱਲੇ ਅੱਖਰ ਦੀ ਸਾਨੂੰ ਸਮਝ ਨਹੀਂ ਆਣੀ। ਇੱਥੇ ਜਦੋਂ ਅਸੀਂ ਪੜ੍ਹਦੇ ਹਾਂ ਤੇ ਸਾਨੂੰ ਇਹ ਸਮਝ ਆਉਂਦੀ ਹੈ ਕਿ ਅਕਾਲ ਪੁਰਖ ਪਰਮਾਤਮਾ ਇਹਨਾਂ ਰੰਗ, ਇਹਨਾਂ ਢੰਗ ਤਰੀਕਿਆਂ ਦੇ ਨਾਲ ਵੱਖੋ ਵੱਖਰੇ ਜਿਹੜੇ ਮਜ਼ਹਬ ਸੰਸਾਰ ਦੇ ਜੀਆਂ ਨੇ ਬਣਾ ਲਏ ਨੇ, ਉਹ ਵੱਖੋ ਵੱਖਰੇ ਮਤ ਅਨੁਸਾਰ ਇੱਦਾਂ ਉਸ ਪਰਮਾਤਮਾ ਜੀ ਦੀ ਭਗਤੀ ਭਾਵਨਾ ਦੇ ਨਾਲ ਕਰਦੇ ਨੇ। ਇਹ ਅਹਿਸਾਸ ਕਰਦੇ ਨੇ ਦੇਂਦੇ ਮੰਗੈ ਸਹਸਾ ਗੁਣਾ। ਕਹਿੰਦੇ ਇਹ ਜੀ ਧਰਤੀ ਤੇ ਇਹੋ ਜਿਹੇ ਵੀ ਵਰਤ ਰਹੇ ਨੇ ਜਿਹੜੇ ਅਕਾਲ ਪੁਰਖ ਪਰਮਾਤਮਾ ਰੱਬ ਜੀ ਦੀ ਦਿੱਤੀ ਹੋਈ ਦਾਤ ਨੂੰ ਸੰਸਾਰ ਦੇ ਵਿੱਚ ਵੰਡਦੇ ਨੇ। ਜਿਵੇਂ ਮੈਂ ਕਈ ਵਾਰੀ ਪਹਿਲਾਂ ਵੀ ਬੇਨਤੀ ਕੀਤੀ ਕਿ ਰਾਜਾ ਹੋਵੇ ਤੇ ਉਹ ਰਾਜੇ ਨੂੰ ਵੀ ਪਰਮਾਤਮਾ ਤੋਂ ਮੰਗਣ ਦੀ ਲੋੜ ਪੈਂਦੀ ਹੈ। ਉਹ ਪਰਮਾਤਮਾ ਤੋਂ ਮੰਗਦਾ ਹੈ, ਪਰਮਾਤਮਾ ਉਹਨੂੰ ਦਿੰਦਾ ਹੈ, ਫਿਰ ਉਹ ਅੱਗੇ ਆਮ ਬੰਦਿਆਂ ਨੂੰ ਵੰਡਦਾ ਹੈ। ਜੇ ਪਰਮਾਤਮਾ ਨੂੰ ਨਾ ਦੇਵੇ ਤੇ ਫਿਰ ਬੜਾ ਮੁਸ਼ਕਲ ਹੈ। ਇਹ ਪੰਕਤੀ ਅੰਦਰ ਇਹ ਸਮਝਾਉਣਾ ਕੀਤਾ ਹੈ ਕਿ ਇਹੋ ਜਿਹੇ ਵੀ ਨੇ ਸੰਸਾਰ ਦੇ ਵਿੱਚ ਪਰਮਾਤਮਾ ਜੀ ਦੀ ਉਸਤਤੀ ਵਾਲੇ ਕਿ ਆਪਣੇ ਵੱਲੋਂ ਜੋ ਪਰਮਾਤਮਾ ਨੇ ਦਿੱਤਾ ਹੈ ਉਹਦੇ ਵਿੱਚੋਂ ਕੱਢ ਕੇ ਕੁਝ ਲੋੜਵੰਦ ਨੂੰ ਦਿੰਦੇ ਨੇ ਤੇ ਅਕਾਲ ਪੁਰਖ ਪਰਮਾਤਮਾ ਅੱਗੇ ਫਿਰ ਬੇਨਤੀ ਕਰਦੇ ਨੇ, ਮਾਲਕ ਜੀ ਮੈਨੂੰ ਹੋਰ ਦੇ ਤਾਂ ਜੋ ਮੈਂ ਵੰਡ ਸਕਾਂ। ਪਰ ਵੱਡੀ ਗੱਲ ਇਹ ਹੈ ਕਿ ਉਹਨਾਂ ਦੇ ਅੰਦਰ ਭਾਵਨਾ ਪੈਦਾ ਹੋ ਗਈ ਕਿ ਪ੍ਰਮਾਤਮਾ ਰੱਬ ਜੀ ਦੇ ਨਾਂ ਤੇ ਉਹ
ਕਿਸੇ ਦੀ ਮਦਦ ਕਰ ਰਹੇ ਨੇ। ਗੁਰੂ ਸਾਹਿਬ ਜੀ ਨੇ ਕਿਹਾ ਪਰ ਜੇ ਉਹ ਸਮਝਣ ਵੀ ਮੈਂ ਹੀ ਮਦਦ ਕਰ ਰਿਹਾ ਔਰ ਮੈਂ ਹੀ ਸਭ ਕੁਝ ਕਰਨ ਵਾਲਾ, ਅੱਗੇ ਤੋਂ ਕਿਸੇ ਪਰਮਾਤਮਾ ਤੋਂ ਨਹੀਂ ਮੰਗਣਾ, ਤੇ ਇੱਕ ਦਿਨ ਇਹੋ ਜਿਹਾ ਸਮਾਂ ਆਉਂਦਾ ਉਹ ਬੰਦਾ ਆਪ ਬੜਾ ਮਜਬੂਰ ਹੋ ਜਾਂਦਾ ਹੈ ਜੀਵਨ ਦੇ ਵਿੱਚ। ਕਈ ਵਾਰੀ ਕਿਸੇ ਨੂੰ ਦੇਣ ਜੋਗਾ ਨਹੀਂ ਰਹਿੰਦਾ, ਕਈ ਵਾਰੀ ਘਰ ਦੇ ਅੰਦਰ ਬੜੀ ਤਕਲੀਫਾਂ ਪੈਦਾ ਹੋ ਜਾਂਦੀਆਂ ਨੇ। ਤੇ ਗੁਰੂ ਸਾਹਿਬ ਜੀ ਨੇ ਕਿਹਾ ਵੇਖੋ ਰੰਗ ਨੇ ਕਿੱਥੇ ਆਰੰਭਤਾ ਕੀਤੀ ਸੀ, ਮੁਸਲਮਾਨਾਂ ਸਿਫਤ ਸ਼ਰੀਅਤ, ਉਹ ਇੱਦਾਂ ਰੱਬ ਦੀ ਭਗਤੀ ਕਰਦੇ ਨੇ, ਇੱਦਾਂ ਮਹਿਸੂਸ ਕਰਦੇ ਨੇ। ਹੁਣ ਕਿੱਥੇ ਪਹੁੰਚ ਗਈ ਗੱਲ, ਇਹ ਕਿਸੇ ਵੀ ਧਰਮ ਦੇ ਹੋਣ, ਕਹਿੰਦੇ ਇਹੋ ਜਿਹੇ ਵੀ ਨੇ ਜਿਹੜੇ ਆਪ ਜੋ ਪਰਮਾਤਮਾ ਨੇ ਦਿੱਤਾ ਉਹਦੇ ਵਿੱਚੋਂ ਦਿੰਦੇ, ਪਰਮਾਤਮਾ ਦੇ ਰੱਬ ਦੇ ਨਾਂ ਤੇ ਕੋਈ ਮੰਗ ਰਿਹਾ ਦੇਈ ਜਾਂਦੇ ਨੇ, ਤੇ ਇਹ ਪਰਮਾਤਮਾ ਰੱਬ ਜੀ ਤੋਂ ਦੇ ਕੇ ਨਾਲ ਮੰਗੀ ਜਾਂਦੇ ਨੇ ਪਰਮਾਤਮਾ ਹੋਰ ਦੇ ਤਾਂ ਹੀ ਮੈਂ ਅੱਗੇ ਦੇਣਾ, ਜੇ ਤੂੰ ਦਵੇਗਾ ਨਹੀਂ ਤੇ ਅੱਗੇ ਗੱਲ ਕਿੱਦਾਂ ਬਣਨੀ ਹੈ। ਦੇ ਦੇ ਮੰਗੈ ਸਹਿਸਾ ਗੁਣਾ, ਸਹਿਸਾ ਗੁਣਾ ਸੈਂਕੜੇ ਹਜ਼ਾਰਾਂ ਗੁਣਾ ਅਕਾਲ ਪੁਰਖ ਪਰਮਾਤਮਾ ਤੋਂ ਮੰਗਦੇ ਨੇ। ਤੇ ਮਾਲਕ ਜੀ ਨੇ ਜ਼ਿਕਰ ਕੀਤਾ ਹੈ ਸੋਭ ਕਰੇ ਸੰਸਾਰ, ਔਰ ਸੰਸਾਰ ਦੇ ਵਿੱਚ ਉਹਨਾਂ ਦੀ ਸ਼ੋਭਾ ਹੁੰਦੀ ਹੈ ਵੀ ਇਹ ਬੜਾ ਦਾਨ ਪੁੰਨ ਕਰਦਾ ਹੈ, ਪਰ ਉਹ ਇਹ ਨਹੀਂ ਜਾਣਦੇ ਜਿਹੜਾ ਸ਼ੋਭਾ ਕਰਦਾ ਹੈ ਕਿ ਕਿੰਨੀ ਭਾਵਨਾ ਨਾਲ ਪਰਮਾਤਮਾ ਦੇ ਤਰਲੇ ਕਰਕੇ ਮੰਗਦਾ ਹੈ ਕਿ ਰੱਬ ਜੀ ਉਹ ਕੱਲ ਸੈਂਕੜੇ ਜੀਆਂ ਨੇ ਇਕੱਠੇ ਹੋਣਾ ਹੈ, ਉਹਨਾਂ ਦਾ ਲੰਗਰ ਲਾਉਣਾ ਹੈ, ਤੂੰ ਤਰਸ ਕਰ। ਭਾਵਨਾ ਹੈ। ਕਈ ਲੋੜਵੰਦਾਂ ਦੀ ਹਸਪਤਾਲਾਂ ਦੇ ਵਿੱਚ ਜਾ ਕੇ ਸੇਵਾ ਕਰਦੇ ਨੇ। ਕਈ ਵਾਰੀ ਸਾਨੂੰ ਬਾਹਰੀ ਰੂਪ ਨਜ਼ਰ ਆਉਂਦਾ ਹੈ ਕਿ ਇਹ ਬੜਾ, ਇਹ ਤੇ ਤਾਂ ਬੜੀ ਕਿਰਪਾ ਹੈ ਵੀ ਇਹ ਇੰਨੀ ਸੇਵਾ ਕਰ ਲੈਂਦਾ ਹੈ, ਇੰਨੀ ਸੇਵਾ ਕਰ ਰਿਹਾ, ਪਰ ਕਦੇ ਵਿਚਾਰ ਕੇ ਵੇਖੀਏ ਕਿ ਉਹ ਸੇਵਾ ਬੜੀ ਮੁਸ਼ਕਿਲ ਹੈ ਜੇ ਪਰਮਾਤਮਾ ਦੀ ਰਹਿਮਤ ਨਾ ਹੋਵੇ। ਉਹਦੇ ਤਰਲੇ ਪਾਏ ਜਾਂਦੇ ਨੇ, ਉਹ ਕਿਰਪਾ ਕਰਦਾ ਹੈ, ਤਰਸ ਦੇ ਘਰ ਦੇ ਵਿੱਚ ਆਉਂਦਾ ਹੈ, ਉਹ ਦਿੰਦਾ ਹੈ ਤਾਂ ਅੱਗੇ ਇਹ ਕਰ ਸਕਦਾ, ਜੇ ਨਾ ਦੇਵੇ ਫੇਰ ਨਹੀਂ। ਪਰ ਇਹ ਗੱਲ ਹੈ ਜੇ ਤੂੰ ਧਰਮ ਦੇ ਨਾਂ ਤੇ ਕਰ ਰਿਹਾ ਕੁਝ ਚੰਗਾ, ਤਾਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਹੈ ਸੋਭ ਕਰੇ ਸੰਸਾਰ, ਸੰਸਾਰ ਦੇ ਜੀਆਂ ਨੇ ਤੇਰੀ ਸ਼ੋਭਾ ਵਧਾਉਣੀ ਹੈ। ਉਹਨਾਂ ਨੇ ਕਹਿਣਾ ਵੀ ਬੜਾ ਵਧੀਆ ਕਰਮ ਕਰਦਾ ਹੈ। ਇਹ ਤੇ ਪਰਮਾਤਮਾ ਰੱਬ ਜੀ ਦੀ ਵਿਸ਼ੇਸ਼ ਕਿਰਪਾ ਹੈ ਕਿ ਇਹ ਇੰਨੀ ਸੇਵਾ ਲੈਂਦਾ ਹੈ। ਨਾਲ ਨਾਲ ਗੁਰੂ ਸਾਹਿਬ ਜੀ ਜ਼ਿਕਰ ਕਰ ਰਹੇ ਨੇ ਕਿ ਜਦੋਂ ਤੇਰੇ ਮਨ ਦੇ ਅੰਦਰ ਇਹ ਮੰਗਣ ਦੀ ਜੁਗਤ ਪੈਦਾ ਹੋਵੇ, ਚੋਰਾਂ ਜਾਰਾਂ ਤੈਂ ਕੁੜਿਆਰਾ ਖਾਰਾ ਬਾ ਬੇਕਾਰ, ਫਿਰ ਇਹ ਗੱਲ ਵੀ ਸਮਝ ਆ ਜਾਣੀ ਹੈ ਘੱਟੋ ਘੱਟ ਉਹਨਾਂ ਨਾਲੋਂ ਤਾਂ ਚੰਗਾ ਹੈ ਜਿਹੜੇ ਅਕਾਲ ਪੁਰਖ ਪਰਮਾਤਮਾ ਜੀ ਦੇ ਭੇਜੇ ਹੋਏ ਸੰਸਾਰ ਦੇ ਵਿੱਚ ਆਏ, ਤੇ ਉਸ ਅਕਾਲ ਪੁਰਖ ਪਰਮਾਤਮਾ ਜੀ ਦੇ ਬਣਾਏ ਹੋਏ ਸੰਸਾਰ ਦੇ ਵਿੱਚ ਆਪਣੇ ਢੰਗ ਦੇ ਨਾਲ ਚੋਰੀਆਂ ਜਾਰੀਆਂ ਕਰਕੇ ਇਸ ਸੰਸਾਰ ਦੇ ਵਿੱਚ ਦੁੱਖ ਤੇ ਤਕਲੀਫਾਂ ਵੰਡ ਰਹੇ ਨੇ। ਕਈ ਵਾਰੀ ਅਸੀਂ ਕਹਿ ਦਿੰਦੇ ਆ ਨਾ, ਮੈਂ ਪਹਿਲਾਂ ਬੇਨਤੀ ਕੀਤੀ ਕਿ ਕੋਈ ਵਧੀਆ ਕਾਰਜ ਵੀ ਕਰਦਾ ਹੋਵੇ ਨਾ, ਔਰ ਉਹਨੇ ਆਪਣੇ ਸੁੱਖ ਸਾਧਨ ਲਈ ਕੋਈ ਯਤਨ ਕਰ ਲਿਆ, ਮੰਨ ਲਓ ਇੱਕ ਨੇ ਸੇਵਾ ਲੈਣੀ ਹੈ ਭੱਜ ਨੱਠ ਕਰਕੇ, ਕਦੇ 20-30 ਕਿਲੋਮੀਟਰ ਇੱਧਰ ਜਾਣਾ ਹੈ, ਕਦੇ 50 ਕਿਲੋਮੀਟਰ ਦੂਜੇ ਪਾਸੇ ਭੱਜ ਕੇ ਜਾਣਾ ਹੈ, ਉਹ ਸੰਗਤਾਂ ਦੇ ਵਿੱਚੋਂ ਮਾਇਆ ਇਕੱਠੀ ਕਰਦਾ ਹੈ, ਉਹ ਲੋੜਵੰਦਾਂ ਦੀ ਸੇਵਾ ਕਰਦਾ ਹੈ। ਉਹਨੇ ਕਿਤੇ ਕੋਈ ਗੱਡੀ ਘੋੜਾ ਖਰੀਦ ਲਿਆ ਨਾ ਵੀ ਚਲੋ ਪ੍ਰਬੰਧ ਹੋਰ ਵਧੀਆ ਢੰਗ ਦੇ ਨਾਲ ਹੋ ਸਕਣ, ਤੇ ਸੁਭਾਵਕ ਸਾਡੀ ਬਿਰਤੀ ਇਹੋ ਜਿਹੀ ਅਸੀਂ ਕਹਿ ਦੇਣਾ ਵੀ ਵੇਖੋ ਇਹ ਤਾਂ ਇੱਦਾਂ ਪੈਸਾ ਇਕੱਠਾ ਕਰਕੇ ਨਾ ਗੱਡੀਆਂ ਘੋੜੇ ਖਰੀਦਦਾ ਹੈ। ਇਹ ਨਹੀਂ ਵਿਚਾਰਦਾ ਕਿ ਇਹ ਕਰਦਾ ਕਿੰਨਾ ਹੈ। ਹੁਣ ਉਹਨੇ ਭੱਜ ਨੱਠ ਕਰਨੀ ਹੈ ਤੇ ਉਹਦੇ ਲਈ ਪ੍ਰਬੰਧ ਤਾਂ ਚਾਹੀਦਾ ਹੈ, ਪਰ ਵਿਚਾਰਧਾਰਾ ਇਹੋ ਜਿਹੀ ਬਣ ਗਈ ਹੈ। ਹੁਣ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਸਾਡੇ ਕੋਲ 500 ਸਾਲ ਪਹਿਲਾਂ ਇਹ ਗੱਲ ਕਹੀ, ਤੇ ਉਸ ਵੇਲੇ ਇੱਦਾਂ ਦੇ ਸਾਧਨ ਤਾਂ ਨਹੀਂ ਹੋਣੇ ਆ, ਪਰ ਉਸ ਵੇਲੇ ਵੀ ਕਿਤੇ ਨਾ ਕਿਤੇ ਇਹ ਗੱਲ ਚੱਲਦੀ ਹੋਣੀ ਹੈ ਜਿੱਥੇ ਜੇ ਕੋਈ ਚੰਗਾ ਕਾਰਜ ਵੀ ਕਰਦਾ ਹੋਵੇ ਤੇ ਉਹਦੀ ਨਿੰਦਾ ਚੁਗਲੀ ਕਰਨ ਵਾਲੇ ਜੀ ਉਦੋਂ ਵੀ ਸੀ। ਹੁਣ ਤਾਂ ਸਮਾਂ ਚੇਂਜ ਹੋ ਗਿਆ, ਬਦਲ ਗਿਆ, ਪਰ ਮਾਲਕ ਜੀ ਸਮਝਾਉਣਾ ਕਰ ਰਹੇ ਨੇ ਉਸ ਵੇਲੇ ਵੀ ਨਿੰਦਾ ਤੇ ਚੁਗਲੀ ਕਰਦੇ ਸੀ। ਤਾਂ ਹੀ ਗੁਰੂ ਸਾਹਿਬ ਨੇ ਕਿਹਾ, ਕਹਿੰਦੇ ਵੇਖੋ ਉਹਦੀ ਨਿੰਦਾ ਚੁਗਲੀ ਕਰ ਰਹੇ ਨੇ, ਪਰ ਕਦੇ ਵਿਚਾਰ ਕੇ ਵੇਖੋ ਇਹ ਉਹਨਾਂ ਨਾਲੋਂ ਤਾਂ ਚੰਗਾ ਹੈ ਨਾ ਜਿਹੜੇ ਚੋਰੀ ਜਾਰੀ ਕੁੜਿਆਰੀ ਕਰਦੇ ਨੇ। ਗੁਰੂ ਸਾਹਿਬ ਜੀ ਨੇ ਜਿਹੜਾ ਸ਼ਬਦ ਵਰਤਿਆ, ਜੇ ਕੋਈ ਧਰਮ ਦੇ ਨਾਂ ਤੇ ਜੁੜ ਗਿਆ ਔਰ ਸ਼ੁਭ ਕਰਮ ਕਰਦਿਆਂ ਹੋਇਆ ਹਜ਼ਾਰਾਂ ਦਾ ਭਲਾ ਕਰਦਾ, ਉਹਦੇ ਨਾਲ ਨਾਲ ਆਪਣੇ ਪਰਿਵਾਰ ਨੂੰ ਵੀ ਪਾਲ ਲੈਂਦਾ ਹੈ, ਮੇਰਾ ਖਿਆਲ ਕੋਈ ਮਾੜਾ ਨਹੀਂ। ਉਹਨੇ ਬਾਹਰ ਜਾ ਕੇ ਥੋੜ੍ਹਾ ਹੀ ਕਾਰ ਵਿਹਾਰ ਕਰਨਾ ਹੈ, ਉਹਦੇ ਵਿੱਚੋਂ ਹੀ ਛਕਣਾ ਛਕਾਉਣਾ ਹੈ।
ਪਰ ਬੰਦੇ ਕਹਿਣ ਨਹੀਂ ਜੀ ਇਹ ਤਾਂ ਆਪਣਾ ਭਲਾ ਕਰ ਰਿਹਾ। ਇਹ ਤੇ ਕਿਤੇ ਨਾ ਕਿਤੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਕਿਹਾ ਵਿਚਾਰ ਕੇ ਵੇਖੋ ਇਹ ਕਰਤਾ ਰਿਹਾ ਹੈ। ਇਹਦੇ ਨਾਲੋਂ ਕਈ ਇਹੋ ਜਿਹੇ ਵੀ ਨੇ ਇਸ ਜਗਤ ਦੇ ਵਿੱਚ ਚੋਰਾਂ ਜਾਰਾਂ, ਚੋਰ ਚੋਰੀ ਕਰਨ ਵਾਲਾ, ਜਾਰਾਂ ਜਿਹੜਾ ਸ਼ਬਦ ਇਹ ਵਰਤਿਆ ਜਾਂਦਾ ਹੈ ਉਹਨਾਂ ਵਾਸਤੇ ਜਿਨ੍ਹਾਂ ਨੂੰ ਆਪਣੇ ਮਨ ਦੇ ਅੰਦਰ ਮੈਲ ਪੈਦਾ ਕਰਕੇ ਕਈ ਤਰ੍ਹਾਂ ਦੀ ਮਾੜੀ ਵਿਚਾਰ ਪੈਦਾ ਹੁੰਦੀ ਹੈ। ਤੇ ਨਾਲ ਤੇ ਕੁੜਿਆਰਾਂ, ਝੂਠ ਬੋਲਣ ਵਾਲੇ ਇਹ ਵੀ ਨੇ। ਖਾਰਾਂ ਬਾਹ ਬੇਕਾਰ, ਜਿਹੜੇ ਅਕਾਲ ਪੁਰਖ ਪਰਮਾਤਮਾ ਜੀ ਦੇ ਦਿੱਤੇ ਹੋਏ ਜੀਵਨ ਨੂੰ ਬੇਕਾਰ ਕਰ ਰਹੇ ਨੇ, ਉਹ ਵੀ ਜਗਤ ਦੇ ਵਿੱਚ ਹੀ ਨੇ। ਅਸੀਂ ਝਾਤ ਮਾਰੀਏ ਜੇ ਸਾਨੂੰ ਕੁਝ ਮਾੜਾ ਲੱਗਦਾ ਹੈ ਉਹ ਤੇ ਵਿਚਾਰ ਕੇ ਇੱਕ ਦੂਜੇ ਪਾਸੇ ਝਾਤ ਮਾਰ ਲਈਏ, ਤੇ ਜਿਹੜਾ ਮਾੜਾ ਲੱਗਦਾ ਨਾ ਧਰਮ ਦੇ ਨਾਂ ਤੇ ਕਿਤੇ ਨਾ ਕਿਤੇ ਸਾਡਾ ਮਨ ਇੱਧਰ ਟਿਕੇਗਾ ਨਹੀਂ ਭਾਈ, ਭਗਤੀ ਭਾਵਨਾ ਦੇ ਨਾਲ। ਕਿਉਂਕਿ ਜੇ ਅਸੀਂ ਕਰਨਾ ਇਹ ਹੈ ਤੇ ਸੁਭਾਵਕ ਹੈ ਸਾਡਾ ਜੀਵਨ ਵੀ ਇਹਦੇ ਵਿੱਚ ਹੀ ਚੱਲਣਾ ਹੈ। ਇਸ ਕਰਕੇ ਜਿਹੜਾ ਕੋਈ ਚੰਗਾ ਕਰਦਾ ਹੈ, ਭਲਾ ਕਾਰਜ ਕਰਦਾ ਹੈ, ਅਸੀਂ ਉਹਨੂੰ ਜੇ ਚੰਗਾ ਨਹੀਂ ਕਹਿ ਸਕਦੇ ਤੇ ਉਸ ਨੂੰ ਮਾੜਾ ਵੀ ਨਹੀਂ ਕਹੀਏ। ਕਿਉਂਕਿ ਕਈ ਤਰ੍ਹਾਂ ਦੇ ਹੋਰ ਲੋਕ ਜਿਹੜੇ ਪਾਪ ਤਸ਼ੱਦਦ ਸੰਸਾਰ ਦੇ ਵਿੱਚ ਕਰ ਰਹੇ ਨੇ ਉਹ ਵਰਤਦੇ ਨੇ। ਇੱਕ ਹੁੰਦਾ ਖਾਏ ਚਲੇ ਐਥਾਉ, ਤਿੰਨਾ ਭੀ ਕਾਈ ਕਾਰ। ਸਾਰੇ ਹੀ ਜੀ ਆਪੋ ਆਪਣੇ ਢੰਗ ਦੇ ਨਾਲ ਇਸ ਜਗਤ ਦੇ ਵਿੱਚ ਕਾਰ ਕਰ ਰਹੇ ਨੇ ਜੋ ਪਰਮਾਤਮਾ